ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਦੇ ਵਿੱਚ ਅੱਜ ਆਪਾਂ 21 ਸਤੰਬਰ ਦੇ ਇੰਪੋਰਟੈਂਟ ਕਰੰਟ ਅਫੇਅਰਸ ਕਰਨੇ ਆ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਮੇਕ ਸ਼ੋਰ ਕਿ ਇਸ ਤੋਂ ਪਹਿਲਾਂ ਤੁਸੀਂ ਅਗਸਤ ਮੰਥ ਦੇ ਸਾਰੇ ਕਰੰਟ ਅਫੇਅਰਸ ਦੇਖ ਲਏ ਹੋਣ 20 ਸਤੰਬਰ ਤੱਕ ਦੇ, ਪਲੱਸ 2 MCQs ਦੀਆਂ ਵੀਡੀਓਜ਼ ਇਹਦੇ 'ਤੇ ਅਪਲੋਡਡ ਨੇ ਵੀਕਲੀ ਜਿਹੜੀਆਂ ਹੁੰਦੀਆਂ ਨੇ। ਅਪਾਇੰਟਮੈਂਟ ਦੀ ਵੀਡੀਓ ਅਗਸਤ ਮੰਥ ਦੀ ਅਪਲੋਡ ਹੈ, ਤੁਸੀਂ ਸਾਰੀ ਦੀਆਂ ਸਾਰੀਆਂ ਚੈੱਕਆਊਟ ਕਰ ਲੈਣੀ ਹੈ ਤਾਂ ਕਿ ਜਿਹੜੀ ਤੁਹਾਡੀ ਰਿਵੀਜ਼ਨ ਹੈ ਉਹ ਬੈਟਰ ਵੇ ਨਾਲ ਹੋ ਸਕੇ। ਵਿਦਆਊਟ ਵੇਸਟਿੰਗ ਐਨੀ ਟਾਈਮ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਅਫੇਅਰਸ। ਹਾਂਜੀ, ਸਭ ਤੋਂ ਪਹਿਲੀ ਜਿਹੜੀ ਨਿਊਜ਼ ਹੈ ਉਹ ਗੁਜਰਾਤ ਸਟੇਟ ਤੋਂ ਹੈਗੀ। ਗੁਜਰਾਤ ਮੁੱਖ ਮੰਤਰੀ ਮਹਿਲਾ ਉਤਕਰਸ਼ ਯੋਜਨਾ, ਗੁਜਰਾਤ ਸਟੇਟ ਨੇ ਸਟਾਰਟ ਕੀਤੀ ਹੈ ਮੁੱਖ ਮੰਤਰੀ ਮਹਿਲਾ ਉਤਕਰਸ਼ ਯੋਜਨਾ। ਠੀਕ ਹੈ, ਇਹ ਕੀ ਹੈ, ਇਹਦੇ ਜ਼ਰੀਏ ਕੀ ਪ੍ਰੋਵਾਈਡ ਕੀਤਾ ਜਾਊਗਾ? ਇੰਟਰਸਟ ਫ੍ਰੀ ਲੋਨ। ਕੀ ਪ੍ਰੋਵਾਈਡ ਕੀਤਾ ਜਾਊਗਾ? ਇੰਟਰਸਟ ਫ੍ਰੀ ਲੋਨ। ਅੱਛਾ, ਇਹ ਇੰਟਰਸਟ ਫ੍ਰੀ ਲੋਨ ਹੈ ਜਿਹੜਾ, ਇਹ ਕਿਹਨਾਂ ਨੂੰ ਦਿੱਤਾ ਜਾਊਗਾ? ਵਿਮਨ ਦੇ ਜਿਹੜੇ ਗਰੁੱਪਸ ਹੁੰਦੇ ਨੇ ਸਟੇਟਸ ਦੇ ਵਿੱਚ, ਵਿਮਨਸ ਗਰੁੱਪਸ ਇਨ ਸਟੇਟ, ਉਹਨਾਂ ਨੂੰ ਦਿੱਤਾ ਜਾਊਗਾ। ਠੀਕ ਹੈ, ਇਹ ਯਾਦ ਰੱਖਣਾ ਤੁਸੀਂ। ਇਹਦੇ ਤੋਂ 1 ਲੱਖ ਗਰੁੱਪ ਬਣਾਏ ਜਾਣਗੇ ਇਹਦੇ ਤਹਿਤ। ਠੀਕ ਹੈ, ਕਿੰਨੇ ਗਰੁੱਪ ਬਣਾਏ ਜਾਣਗੇ? 1 ਲੱਖ ਗਰੁੱਪ ਬਣਾਏ ਜਾਣਗੇ। 50,000 ਨੇ ਜਿਹੜੇ 50,000 ਤੇ 50,000। ਅੱਛਾ, ਇਹਨਾਂ ਦੀ ਐਵੇਂ ਡਿਵੀਜ਼ਨ ਕੀਤੀ ਗਈ ਹੈ। ਆਹ 50,000 ਹੋਣਗੇ ਪਿੰਡਾਂ ਲਈ, ਠੀਕ ਹੈ, ਆਹ ਹੋਣਗੇ ਸ਼ਹਿਰਾਂ ਲਈ। ਠੀਕ ਹੈ, ਇਹ ਯਾਦ ਰੱਖਣਾ। ਇਹਨਾਂ ਨੂੰ ਜੁਆਇੰਟ ਲਾਇਬਿਲਿਟੀ ਅਰਨਿੰਗ ਗਰੁੱਪਸ ਵੀ ਕਹਿੰਦੇ ਨੇ। ਜਿਹੜੇ ਇਹ ਗਰੁੱਪਸ ਬਣਾਏ ਗਏ ਨੇ ਨਾ, ਇਹਨਾਂ ਨੂੰ ਕੀ ਕਹਿੰਦੇ ਨੇ? ਜੁਆਇੰਟ ਲਾਇਬਿਲਿਟੀ ਹੁੰਦਾ ਨਾ, ਲਾਈਕ ਦੇਣਦਾਰੀ। ਅਰਨਿੰਗ ਗਰੁੱਪਸ, ਠੀਕ ਹੈ, ਇਹ ਯਾਦ ਰੱਖਣਾ ਤੁਸੀਂ। ਇਹ ਕਿਹਨੇ ਸਟਾਰਟ ਕੀਤੀ ਹੈ? ਗੁਜਰਾਤ ਸਟੇਟ ਨੇ ਇਹ ਸਟਾਰਟ ਕੀਤੀ ਹੈ। ਅੱਛਾ, ਇਹ ਤਾਂ ਹੋ ਗਈ ਜੀ ਮੇਨ ਨਿਊਜ਼। ਅੱਛਾ, ਥੋੜ੍ਹੇ ਦਿਨ ਪਹਿਲਾਂ ਗੁਜਰਾਤ ਤੋਂ ਕਾਫੀ ਸਾਰੀਆਂ ਨਿਊਜ਼ ਜਿਹੜੀਆਂ ਪ੍ਰੀਵੀਅਸ ਡੇਜ਼ ਦੇ ਵਿੱਚ ਰਹੀਆਂ ਨੇ ਉਹ ਆਪਾਂ ਯਾਦ ਕਰਨੀਆਂ ਨੇ। ਨਿਊਜ਼ ਤੋਂ ਇਲਾਵਾ ਰੈਂਕਸ ਸੀਗੇ, ਰੈਂਕਸ ਦੇ ਵਿੱਚ 2 ਇਹੋ ਜਿਹੇ ਰੈਂਕ ਆਏ ਸੀਗੇ ਜਿਨ੍ਹਾਂ ਦੇ ਵਿੱਚ ਗੁਜਰਾਤ ਸਟੇਟ ਹੈ ਜਿਹੜੀ ਇਹ ਟੌਪ ਦੇ ਉੱਤੇ ਰਹੀ ਸੀ। ਤਾਂ ਆਪਾਂ ਸਾਰਿਆਂ ਤੋਂ ਪਹਿਲਾਂ ਜਿਹੜੇ ਉਹੀ ਰੈਂਕਸ ਨੇ ਜਿਹੜੇ ਰਿਵਾਈਜ਼ ਕਰਦੇ ਆ। ਸਟੇਟ ਸਟਾਰਟਅਪ ਰੈਂਕਿੰਗ 2019, ਇਹ ਆਇਆ ਸੀ ਇੱਕ ਤਾਂ ਰੈਂਕ, ਸਟੇਟ ਸਟਾਰਟਅਪਸ ਰੈਂਕਿੰਗ 2019। ਇਹਦੇ ਵਿੱਚ ਗੁਜਰਾਤ ਸਟੇਟ ਸੀ ਟੌਪ ਦੇ ਉੱਤੇ। ਠੀਕ ਹੈ, ਯਾਦ ਰੱਖਣਾ। ਦੂਜੇ ਨੰਬਰ ਤੇ ਕਿਹੜੀ ਸਟੇਟ ਸੀਗੀ? ਬਿਹਾਰ। ਦੂਜੇ ਨੰਬਰ 'ਤੇ ਇਹਦੇ ਵਿੱਚ ਸੀ ਬਿਹਾਰ। ਤੀਜੇ ਨੰਬਰ 'ਤੇ ਸੀ ਇਹਦੇ ਵਿੱਚ ਮਹਾਰਾਸ਼ਟਰ। ਠੀਕ ਹੈ, ਇਹਨੂੰ ਜਾਰੀ ਕਿਹਨੇ ਕੀਤਾ ਸੀ? DPIIT। ਇਹਦੀ ਫੁੱਲ ਫਾਰਮ ਕੀ ਹੈ? ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ। ਠੀਕ ਹੈ, ਆਵਲੇ ਤੇ ਇੰਡਸਟਰੀ ਹੈ ਤੇ ਇੰਟਰਨਲ ਹੈ ਤੇ ਟ੍ਰੇਡ ਹੈ, ਤਾਂ ਇਹ ਵੀ ਤੁਸੀਂ ਯਾਦ ਰੱਖ ਲਿਓ। ਇਸ ਤੋਂ ਇਲਾਵਾ ਇੱਕ ਹੋਰ ਰੈਂਕਿੰਗ ਆਈ ਸੀ, ਐਕਸਪੋਰਟ ਪ੍ਰੀਪੇਅਰਨੈਸ ਇੰਡੈਕਸ। ਕਿਹੜੀ ਜੀ? ਐਕਸਪੋਰਟ ਪ੍ਰੀਪੇਅਰਨੈਸ। ਇਹ ਮੈਂ ਤੁਹਾਨੂੰ ਕਾਫੀ ਵਾਰੀ ਪਹਿਲਾਂ ਵੀ ਰਿਵਾਈਜ਼ ਕਰਵਾਈ ਹੈ, ਇੰਡੈਕਸ। ਅੱਛਾ, ਇਸ ਇੰਡੈਕਸ ਨੂੰ ਜਾਰੀ ਕਿਹਨੇ ਕੀਤਾ ਸੀਗਾ? ਨੀਤੀ ਆਯੋਗ ਨੇ। ਨੀਤੀ ਆਯੋਗ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਇਹਦੇ ਵਿੱਚ ਵੀ ਟੌਪ 'ਤੇ ਕੌਣ ਸੀ? ਗੁਜਰਾਤ। ਦੂਜੇ ਨੰਬਰ 'ਤੇ ਇਹਦੇ ਵਿੱਚ ਕੌਣ ਸੀ? ਮਹਾਰਾਸ਼ਟਰ। ਤੀਜੇ ਨੰਬਰ 'ਤੇ ਕੌਣ ਸੀ ਜੀ? ਤਾਮਿਲਨਾਡੂ। ਤਾਂ ਇਹ ਵੀ ਯਾਦ ਰੱਖਣੇ ਆ ਤੁਸੀਂ। ਠੀਕ ਹੈ, ਕੋਸਟਲ ਸਟੇਟਸ ਹੈ ਜਿਹੜੀ ਆਪਣੀ ਗੁਜਰਾਤ ਹੈ। ਠੀਕ ਹੈ, ਅਤੇ ਇਹਦੇ ਤੋਂ ਤੁਸੀਂ ਲਿੰਕ ਬਣਾ ਸਕਦੇ ਹੋ। ਲਿੰਕ ਵੀ ਹੈ ਵੈਸੇ, ਇੱਕ ਪੁਆਇੰਟ ਵੀ ਯਾਦ ਰਹਿ ਜਾਊਗਾ। ਗੁਜਰਾਤ ਹੈ ਜਿਹੜਾ ਮਹਾਰਾਸ਼ਟਰ ਅਤੇ ਇੱਕ ਦੂਜੇ ਤੋਂ ਇਹ ਸੈਪਰੇਟ ਕਦੋਂ ਹੋਏ ਸੀ? 1 ਮਈ 1960 ਨੂੰ। ਇਹ ਯਾਦ ਰੱਖਣਾ। ਅੱਛਾ, ਨੀਤੀ ਆਯੋਗ ਦੀ ਜੇ ਮੈਂ ਗੱਲ ਕਰਾਂ, ਨੀਤੀ ਆਯੋਗ ਹੈ ਜਿਹੜਾ, ਇਹ ਕਦੋਂ ਫਾਰਮ ਦੇ ਵਿੱਚ ਆਇਆ? 1 ਜਨਵਰੀ 2015। ਇਹਨੇ ਕਿਹਨੂੰ ਰਿਪਲੇਸ ਕੀਤਾ ਸੀਗਾ? ਪਲਾਨਿੰਗ ਕਮਿਸ਼ਨ ਨੂੰ। ਯਾਦ ਰੱਖਣਾ। ਅੱਛਾ, ਜਿਹਦੇ ਚੇਅਰਮੈਨ ਪੁੱਛ ਲੈਣ ਤੁਹਾਨੂੰ, ਚੇਅਰਮੈਨ ਕੌਣ ਹੁੰਦੇ ਆ ਇਹਦੇ? ਪ੍ਰਾਈਮ ਮਿਨਿਸਟਰ ਹੁੰਦੇ ਜੋ ਵੀ ਐਟ ਪ੍ਰੈਜ਼ੈਂਟ ਹੋਣਗੇ। ਐਟ ਪ੍ਰੈਜ਼ੈਂਟ ਕੌਣ? ਆਪਣੇ ਮੋਦੀ ਸਾਹਿਬ। ਠੀਕ ਹੈ, ਤਾਂ ਇਹਦੇ ਚੇਅਰਮੈਨ ਨੇ। ਵਾਈਸ ਚੇਅਰਮੈਨ ਦੀ ਜੇ ਮੈਂ ਗੱਲ ਕਰਾਂ, ਕੌਣ ਹੈ ਜੀ? ਰਾਜੀਵ ਕੁਮਾਰ। ਇਹ ਵੀ ਯਾਦ ਰੱਖਣਾ। CEO ਚੀਫ ਐਗਜ਼ੀਕਿਊਟਿਵ ਆਫਿਸਰ ਇਹਦੇ ਹੈਗੇ ਨੇ ਅਮਿਤਾਭ ਕੰਤ। ਠੀਕ ਹੈ, ਇਹ ਸਾਰੇ ਦੇ ਸਾਰੇ ਪੁਆਇੰਟ ਨੀਤੀ ਆਯੋਗ ਤੋਂ ਤੁਸੀਂ ਯਾਦ ਰੱਖਣੇ ਨੇ। ਇਸ ਤੋਂ ਇਲਾਵਾ ਗੁਜਰਾਤ ਤੋਂ ਹੋਰ ਕੀ ਯਾਦ ਰੱਖਣਾ ਤੁਸੀਂ? ਗੁਜਰਾਤ ਦੇ ਜਿਹੜੇ CM ਨੇ, ਤੁਹਾਨੂੰ ਕੱਲ੍ਹ ਹੀ ਮਤਲਬ ਪਿਛਲੀ ਵੀਡੀਓ ਦੇ ਵਿੱਚ ਹੀ ਕਰਵਾਇਆ ਸੀ ਮੈਂ, ਵਿਜੇ ਰੂਪਾਨੀ, ਹੈ ਨਾ, CM ਦੀ ਆਪਣੀ ਸੀਰੀਜ਼ ਚੱਲ ਰਹੀ ਹੈ। ਵਿਜੇ ਰੂਪਾਨੀ ਨੇ ਫਲੈਗਡ ਆਫ ਕੀਤਾ ਸੀਗਾ ਕਿ COVID-19 ਵਿਜੇ ਰੱਥ। ਠੀਕ ਹੈ, ਇਹ COVID-19 ਦੇ ਰਿਗਾਰਡਿੰਗ ਜਿਹੜੀ ਅਵੇਅਰਨੈਸ ਫੈਲਾਊਗਾ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹਨੂੰ 5 ਜ਼ਿਲ੍ਹਿਆਂ ਤੋਂ ਰਵਾਨਾ ਕੀਤਾ ਗਿਆ ਸੀਗਾ। ਤਾਂ ਇਹ ਵੀ ਤੁਸੀਂ ਯਾਦ ਇਹਦੇ ਤੋਂ ਰੱਖਣਾ ਹੈ। ਤਾਂ ਇਹ ਸਾਰੇ ਪੁਆਇੰਟ ਹੋ ਗਏ। ਇਸ ਤੋਂ ਇਲਾਵਾ ਨਾ ਗੁਜਰਾਤ ਤੋਂ ਇੱਕ ਹੋਰ ਇੰਪੋਰਟੈਂਟ ਨਿਊਜ਼ ਆਈ ਸੀ। ਉਹ ਕਿਹੜੀ ਸੀਗੀ? ਸੀ ਪਲੇਨ ਸਰਵਿਸ ਤੋਂ। ਜੀ ਮੈਂ ਕੁਐਸਚਨ ਵੀ ਤੁਹਾਨੂੰ ਇਹ ਪੁੱਛਿਆ ਹੋਇਆ ਹੈਗਾ, ਸੀ ਪਲੇਨ ਸਰਵਿਸ।
ਠੀਕ ਹੈ, ਇਨ ਗੁਜਰਾਤ। ਇਹ ਜਿਹੜੀ 31 ਅਕਤੂਬਰ ਨੂੰ ਇਹ ਸਟਾਰਟ ਕੀਤੀ ਜਾਊਗੀ 2020 ਦੇ ਵਿੱਚ। ਠੀਕ ਹੈ, ਸਾਬਰਮਤੀ ਰਿਵਰ ਤੋਂ ਲੈ ਕੇ ਕਾਵੜੀਆ ਦੇ ਸਟੈਚੂ ਆਫ ਯੂਨਿਟੀ ਤੱਕ ਹੈ ਇਹ। ਠੀਕ ਹੈ, 31 ਅਕਤੂਬਰ ਦਾ ਕੀ ਲੌਜਿਕ ਹੈ ਇੱਥੇ, ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਹੁੰਦੀ ਹੈ। ਠੀਕ ਹੈ, ਨੈਸ਼ਨਲ ਯੂਨਿਟੀ ਡੇ ਵੀ ਮਨਾਇਆ ਜਾਂਦਾ, ਮਤਲਬ ਏਕਤਾ ਦਿਵਸ ਵੀ ਮਨਾਇਆ ਜਾਂਦਾ ਹੈ, ਤੇ ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਸਟੈਟਿਕ ਇਨਫੋਰਮੇਸ਼ਨ ਦੀ ਜੇ ਮੈਂ ਗੱਲ ਕਰਾਂ, ਸੀਐਮ ਹੁਣੀ ਕਰਾ ਕੇ ਹਟੀਆਂ ਵਿਜੇ ਰੂਪਾਨੀ ਨੇ। ਗਵਰਨਰ ਹੈਗੇ ਨੇ ਜੀ ਆਚਾਰਿਆ ਦੇਵਰਤ ਯਾਦ ਰੱਖ ਲੈਣਾ। ਹਾਈ ਕੋਰਟ ਦੇ ਚੀਫ ਜਸਟਿਸ ਦੀ ਜੇ ਮੈਂ ਗੱਲ ਕਰਾਂ ਹੈਗੇ ਆ ਜੀ ਇਹਦੇ ਵਿਕਰਮ ਨਾਥ। ਹੁਣ ਦੇਖੋ ਤੁਹਾਨੂੰ ਜਿਹੜੇ ਹਾਈ ਕੋਰਟ ਦੇ ਚੀਫ ਜਸਟਿਸ ਨੇ ਆਲਮੋਸਟ ਕੰਪਲੀਟ ਹੋ ਗਏ ਆਪਣੇ। ਠੀਕ ਹੈ, ਤੇ ਹੁਣ ਜਦੋਂ ਰਿਵਾਈਜ਼ ਕਰਾਂਗੇ ਨਾ ਤਾਂ ਤੁਹਾਨੂੰ ਯਾਦ ਰਹਿਣਗੇ, ਹੈ ਨਾ, ਤੁਹਾਡੀ ਰਿਵੀਜ਼ਨ ਫੇਰ ਹੋਊਗੀ, ਤਾਂ ਹੀ ਕਰਕੇ ਮੈਂ ਸਟੈਟਿਕ ਦੇ ਵਿੱਚ ਕਰਵਾਇਆ ਸੀਗਾ। ਚਲੋ ਜੀ, ਨੈਕਸਟ ਨਿਊਜ਼ 'ਤੇ ਜਾਣ ਤੋਂ ਪਹਿਲਾਂ ਇੱਕ ਦੋ ਪੁਆਇੰਟ ਇਹ ਤੋਂ ਹੋਰ ਯਾਦ ਰੱਖ ਲਿਓ ਕਿ ਜਿਹੜੀ ਸਭ ਤੋਂ ਵੱਡੀ ਜਿਹੜੀ ਕੋਸਟਲ ਲਾਈਨ ਹੈਗੀ, ਹੈ ਨਾ, ਤੱਟੀ ਖੇਤਰ ਹੈ, ਤਾਂ ਉਹ ਵੀ ਗੁਜਰਾਤ ਦੀ ਹੀ ਹੈ, ਅਤੇ ਇੱਕ ਇੱਥੇ ਗਿਰ ਨੈਸ਼ਨਲ ਪਾਰਕ ਹੈਗਾ। ਠੀਕ ਹੈ, ਇਹ ਵੀ ਪੁਆਇੰਟ ਇੱਥੇ ਯਾਦ ਤੁਸੀਂ ਰੱਖ ਲੈਣਾ। ਨੈਕਸਟ ਆ ਗਈ ਨਿਊਜ਼ ਇੰਪੋਰਟੈਂਟ ਮੀਟਿੰਗ ਤੋਂ। 10th ਮੀਟਿੰਗ ਆਫ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਆਫ ਬ੍ਰਿਕਸ ਕੰਟਰੀਜ਼ ਹੈਲਡ ਰੀਸੈਂਟਲੀ। ਪਹਿਲਾਂ ਤਾਂ ਯਾਦ ਰੱਖਣਾ ਕਿੰਨਵੀਂ ਮੀਟਿੰਗ ਹੋਈ ਹੈ, 10ਵੀਂ ਹੋਈ ਹੈ। ਕਿਹਦੀ ਹੋਈ ਹੈ ਇਹ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੀ। ਸਿਕਿਉਰਿਟੀ ਐਡਵਾਈਜ਼ਰ ਜਿਹੜੇ ਸਿਕਿਉਰਿਟੀ ਨੂੰ ਲੈ ਕੇ ਜਿਹੜੇ ਸਲਾਹਕਾਰ ਹੁੰਦੇ ਨੇ, ਹੈ ਨਾ, ਉਹਨਾਂ ਦੀ ਬੈਠਕ ਬ੍ਰਿਕਸ ਕੰਟਰੀਜ਼ ਦੀ ਹੁਣੇ ਹੋ ਕੇ ਹਟੀ ਹੈ। ਠੀਕ ਹੈ, ਤਾਂ ਆਪਾਂ ਨੂੰ ਪਤਾ ਜਿਹੜਾ ਸਾਰਾ ਕੁਝ ਹੈ ਹੁਣ ਵਿਰਚੁਅਲੀ ਹੀ ਹੋ ਰਿਹਾ, ਵਿਰਚੁਅਲੀ ਲਾਈਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ, ਤੇ ਇਹ ਵੀ ਵਿਰਚੁਅਲੀ ਹੀ ਹੋਈ ਹੈ। ਠੀਕ ਹੈ, ਅੱਛਾ, ਇਹਦੇ ਵਿੱਚ ਇੰਡੀਆ ਨੂੰ ਰੀਪ੍ਰਜੈਂਟ ਕਿਹਨੇ ਕੀਤਾ, ਅਜੀਤ ਡੋਵਾਲ ਇਹਨਾਂ ਨੇ ਇੰਡੀਆ ਨੂੰ ਰੀਪ੍ਰਜੈਂਟ ਕੀਤਾ ਇਸ ਮੀਟਿੰਗ ਦੇ ਵਿੱਚ। ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਇਹ ਟੈਰਰਿਜ਼ਮ ਨੂੰ ਰੋਕਣ ਦੇ ਲਈ ਇਸ ਮੁੱਦਿਆਂ 'ਤੇ ਇਹਨਾਂ ਦੇ ਵਿੱਚ ਡਿਸਕਸ਼ਨ ਕੀਤੀ ਗਈ, ਕਿਉਂਕਿ ਆਪਾਂ ਨੂੰ ਵੀ ਪਤਾ ਆਪਣਾ ਇੰਡੀਆ ਚਾਈਨਾ ਬਾਰਡਰ ਹੈ ਜਿਹੜਾ, ਹੈ ਨਾ, ਉਹਦੇ 'ਤੇ ਵੀ ਡਿਸਪਿਊਟ ਜਾਂ, ਹੈ ਨਾ, ਚੱਲ ਰਿਹਾ ਹੈਗਾ, ਤਣਾਅ ਬਣਿਆ ਹੋਇਆ ਹੈਗਾ, ਤਾਂ ਇਹ ਤੁਸੀਂ ਯਾਦ ਰੱਖ ਲੈਣਾ, ਆਪਣੇ ਲਈ ਵੀ ਇਹ ਇੰਪੋਰਟੈਂਟ ਹੈਗੀ ਹੈ। ਅੱਛਾ, ਬ੍ਰਿਕਸ 'ਤੇ ਜਿਵੇਂ ਗੱਲ ਕਰਾਂ, ਬ੍ਰਿਕਸ ਤੋਂ ਆਪਾਂ ਸਾਰੀ ਬੇਸਿਕ ਇਨਫੋਰਮੇਸ਼ਨ ਰਿਵਾਈਜ਼ ਕਰਨੀ ਹੈ, ਤੁਹਾਨੂੰ ਕਰਵਾਈ ਵੀ ਹੋਈ ਹੈ ਪਹਿਲਾਂ, ਤਾਂ ਦੁਬਾਰਾ ਤੋਂ ਕਰਦੇ ਹਾਂ ਆਪਾਂ ਬ੍ਰਿਕਸ ਤੋਂ ਸਾਰਾ ਕੁਝ। ਹੁਣ ਦੇਖੋ ਇਸ ਵਾਰ ਜਿਹੜੀ ਬ੍ਰਿਕਸ ਨੂੰ ਚੇਅਰ ਕੌਣ ਕਰ ਰਿਹਾ, ਇਸ ਵਾਰ ਤਾਂ ਰਸ਼ੀਆ ਕਰ ਰਿਹਾ। ਠੀਕ ਹੈ, ਮਤਲਬ ਕੋਈ ਵੀ ਬ੍ਰਿਕਸ ਦੀ ਮੀਟਿੰਗ ਹੈ, ਚਾਹੇ ਉਹ ਇਨਵਾਇਰਮੈਂਟ ਮਿਨਿਸਟਰਸ ਦੀ ਹੈ, ਚਾਹੇ ਉਹ ਸਿਕਿਉਰਿਟੀ ਐਡਵਾਈਜ਼ਰ ਦੀ ਹੋਵੇ, ਕੋਈ ਵੀ ਹੈਗੀ ਹੈ, ਤਾਂ ਉਹ ਰਸ਼ੀਆ ਉਹਨੂੰ ਚੇਅਰ ਕਰ ਰਿਹਾ ਹੈ। ਤਾਂ ਇਹ ਯਾਦ ਰੱਖਣਾ ਤੁਸੀਂ। 2021 ਦੇ ਵਿੱਚ ਇਹਨੂੰ ਚੇਅਰ ਕੌਣ ਕਰੂਗਾ, ਇੰਡੀਆ ਚੇਅਰ ਕਰੂਗਾ। ਇਹ ਵੀ ਇੰਪੋਰਟੈਂਟ ਪੁਆਇੰਟ ਹੈ, ਇਹਨੂੰ ਵੀ ਨਹੀਂ ਭੁੱਲਣਾ ਹੈਗਾ। ਇਸ ਤੋਂ ਇਲਾਵਾ ਜੇ ਸਿਰਫ ਮੈਂ ਬ੍ਰਿਕਸ ਦੀ ਗੱਲ ਕਰਾਂ, ਬ੍ਰਿਕਸ, ਅੱਛਾ, ਇਹਦੀ ਜਿਹੜੀ ਫਾਰਮੇਸ਼ਨ ਹੈ, ਇਹਦੀ ਕਦੋਂ ਹੋਈ ਸਥਾਪਨਾ, 2006 ਦੇ ਵਿੱਚ। ਉਦੋਂ ਸਿਰਫ 4 ਦੇਸ਼ ਹੀ ਇਹਦੇ 'ਚ ਇਨਕਲੂਡ ਸੀ, ਮਤਲਬ ਆਹ ਐਸ ਨਹੀਂ ਸੀਗਾ, ਆਹ 4 ਹੀ ਸੀਗੇ। 4 ਕਿਹੜਾ ਇਹ, ਬੀ ਤੋਂ ਆਊਗਾ ਬ੍ਰਾਜ਼ੀਲ, ਆਰ ਤੋਂ ਰਸ਼ੀਆ, ਆਈ ਤੋਂ ਇੰਡੀਆ, ਅਤੇ ਸੀ ਤੋਂ ਚਾਈਨਾ, ਇਹੀ ਸੀਗੇ। ਫਿਰ ਉਸ ਤੋਂ ਬਾਅਦ 2010 ਦੇ ਵਿੱਚ ਸਾਊਥ ਅਫਰੀਕਾ ਵੀ ਐਡ ਹੋ ਗਿਆ, ਤਾਂ ਇਹ ਬਣ ਗਿਆ ਪੂਰੇ ਦਾ ਪੂਰਾ ਬ੍ਰਿਕਸ। ਠੀਕ ਹੈ, ਯਾਦ ਰੱਖਣਾ। ਅੱਛਾ, 2006 ਦੇ ਵਿੱਚ ਤਾਂ ਇਹ ਬਣਿਆ ਸੀ, ਬਟ ਜਿਹਦੀ ਪਹਿਲੀ ਮੀਟਿੰਗ ਹੋਈ ਹੈ ਨਾ, ਉਹ 2009 ਦੇ ਵਿੱਚ ਹੋਈ ਹੈ, ਅਤੇ ਉਸ ਮੀਟਿੰਗ ਨੂੰ ਵੀ ਚੇਅਰ ਕਿਹਨੇ ਕੀਤਾ ਸੀਗਾ, ਰਸ਼ੀਆ ਨੇ। ਇਹ ਵੀ ਤੁਸੀਂ ਯਾਦ ਰੱਖਣਾ। ਅੱਛਾ, ਇਹਦਾ ਹੈੱਡਕੁਆਟਰ ਦੀ ਜੇ ਮੈਂ ਗੱਲ ਕਰਾਂ ਕਿੱਥੇ ਹੈਗਾ, ਸ਼ੰਘਾਈ, ਚਾਈਨਾ। ਓਕੇ ਆ ਜੀ, ਇਹ ਹੋ ਗਏ ਮੇਨ ਇੰਪੋਰਟੈਂਟ ਪੁਆਇੰਟ ਜਿਹੜੇ ਸਾਰੇ ਦੇ ਸਾਰੇ ਬ੍ਰਿਕਸ ਤੋਂ ਯਾਦ ਰੱਖਣੇ ਆ। ਅੱਛਾ, ਇਸ ਵਾਰ ਦੀ ਜਿਹੜੀ ਚੇਅਰ ਕੌਣ ਕਰੂਗਾ, ਤੁਹਾਨੂੰ ਦੱਸਿਆ ਰਸ਼ੀਆ ਕਰੂਗਾ। ਰਸ਼ੀਆ ਦੀ ਕੈਪੀਟਲ ਕੀ ਹੈ, ਮਾਸਕੋ। ਠੀਕ ਹੈ, ਰੂਬਲ ਕੀ ਹੈ ਇੱਥੋਂ ਦੀ ਕਰੰਸੀ, ਡਿਊਮਾ ਕੀ ਹੈ ਇੱਥੋਂ ਦੀ ਸੰਸਦ ਦਾ ਨਾਮ, ਤੇ ਵਲਾਦੀਮੀਰ ਪੁਤਿਨ ਨੇ 2036 ਤੱਕ ਇੱਥੋਂ ਦੇ ਪ੍ਰੈਜ਼ੀਡੈਂਟ ਰਹਿਣਗੇ। ਤਾਂ ਇਹ ਸਾਰੇ ਪੁਆਇੰਟ ਰਸ਼ੀਆ ਤੋਂ ਤੁਸੀਂ ਯਾਦ ਰੱਖ ਲੈਣੇ ਆ। ਹਾਂਜੀ, ਨੈਕਸਟ ਹੈਗੀ ਕੈਨਰਾ ਬੈਂਕ ਤੋਂ ਨਿਊਜ਼। ਕੀ ਨਿਊਜ਼ ਹੈਗੀ, ਕੈਨਰਾ ਬੈਂਕ ਕੀ ਸੈਟਅਪ ਕੀਤੇ ਨੇ, ਆਈ ਛੋਟੀ ਇੱਥੇ, ਆਈ ਲੀਡ 2.0 ਟੂ ਐਕਸਪੈਂਡ ਕਸਟਮਰ ਸਰਵਿਸਿਜ਼। ਕਸਟਮਰ ਦੀਆਂ ਆਪਣੇ ਸਰਵਿਸਿਜ਼ ਨੂੰ ਵਧਾਉਣ ਦੇ ਲਈ ਆਈ ਲੀਡ 2.0 ਹੈ ਜਿਹੜਾ, ਕਿਹਨੇ ਲਾਂਚ ਕੀਤਾ ਰੀਸੈਂਟਲੀ, ਕੈਨਰਾ ਬੈਂਕ ਨੇ। ਠੀਕ ਹੈ, ਇਹ ਯਾਦ ਰੱਖਣਾ ਤੁਸੀਂ, ਕਦੋਂ ਵੀ ਕਿੱਥੇ ਵੀ ਕੋਈ ਵੀ ਬੈਂਕਿੰਗ ਸੁਵਿਧਾ ਜਿਹੜੀ SMS ਦੀ ਲਾ ਲਓ, ਨੈਟ ਬੈਂਕਿੰਗ ਦੀ ਲਾ ਲਓ, ਇਹ ਪ੍ਰੋਵਾਈਡ ਕੀਤੀ ਜਾਊਗੀ। ਇਸ ਕਸਟਮਰਸ ਹੈ ਜਿਹੜਾ ਉਹਦਾ ਲਾਭ ਲੈ ਸਕਣਗੇ ਇਹਦੇ ਜ਼ਰੀਏ, ਅਤੇ ਇਹ ਤੁਸੀਂ ਯਾਦ ਰੱਖਣਾ ਕੈਨਰਾ ਬੈਂਕ ਨੇ ਇਹ ਸਟਾਰਟ ਕੀਤੀ ਹੈ। ਅੱਛਾ ਜੀ, ਕੈਨਰਾ ਬੈਂਕ ਤੋਂ ਜੇ ਆਪਾਂ ਗੱਲ ਕਰੀਏ, ਕੈਨਰਾ ਬੈਂਕ ਦੀ ਜੀ 4th ਲਾਰਜੈਸਟ ਗਵਰਨਮੈਂਟ ਬੈਂਕ ਹੈ ਇਹ, 4th ਲਾਰਜੈਸਟ ਮਤਲਬ ਕਿ ਚੌਥਾ ਵੱਡਾ ਸਰਕਾਰੀ ਬੈਂਕ ਹੈ। ਠੀਕ ਹੈ, ਯਾਦ ਰੱਖਣਾ 1906 ਦੇ ਵਿੱਚ ਇਹਦੀ ਕੀ ਹੋਈ ਸੀ ਸਥਾਪਨਾ, ਇਹ ਵੀ ਯਾਦ ਰੱਖਣਾ। ਬੈਂਗਲੁਰੂ ਦੇ ਵਿੱਚ ਇਹਦਾ ਕੀ ਹੈਗਾ, ਹੈੱਡਕੁਆਟਰ ਹੈ। ਜਦੋਂ ਹੀ ਬੈਂਗਲੁਰੂ ਆਊਗਾ ਆਪਾਂ ਕੀ ਰਿਵਾਈਜ਼ ਕਰਨਾ ਕਿ ਇਸਰੋ ਦਾ ਹੈੱਡਕੁਆਟਰ ਵੀ ਇੱਥੇ ਹੀ ਹੈ। 1969 ਦੇ ਵਿੱਚ ਇਸਰੋ ਬਣਿਆ, ਕੇ ਸਿਵਨ ਇੱਥੋਂ ਦੇ ਕੀ ਨੇ, ਚੇਅਰਮੈਨ ਨੇ। ਤਾਂ ਇਹ ਤੁਸੀਂ ਯਾਦ ਰੱਖਣਾ ਹੈਗਾ ਸਾਰਾ ਕੁਝ ਕੈਨਰਾ ਬੈਂਕ ਤੋਂ। ਕੈਨਰਾ ਬੈਂਕ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦਾ ਕੀ ਨਾਮ ਹੈ, TN ਮਨੋਹਰਨ। ਠੀਕ ਹੈ ਜੀ। MD ਤੇ CEO ਦਾ ਕੀ ਨਾਮ ਹੈ, ਲਿੰਗਮ ਵੈਂਕਟ
ਪ੍ਰਭਾਕਰ, ਲਿੰਗਮ ਵੈਂਕਟ ਪ੍ਰਭਾਕਰ ਇਹਦੇ ਕੀ ਨੇ, CEO ਨੇ। ਤਾਂ ਇਹਨਾਂ ਦਾ ਨਾਮ ਵੀ ਤੁਸੀਂ ਯਾਦ ਰੱਖ ਲਿਓ। ਅੱਛਾ, ਥੋੜ੍ਹਾ ਟਾਈਮ ਪਹਿਲਾਂ ਵੱਡੇ ਵੱਡੇ ਬੈਂਕਸ ਦਾ ਮਰਜਰ ਹੋਇਆ ਸੀਗਾ, ਤਾਂ ਉਹਨਾਂ ਦੇ ਵਿੱਚੋਂ ਕੈਨਰਾ ਬੈਂਕ ਦੇ ਵਿੱਚ ਸਿੰਡੀਕੇਟ ਬੈਂਕ ਦਾ ਮਰਜਰ ਹੋਇਆ ਸੀਗਾ। ਸਿੰਡੀਕੇਟ ਬੈਂਕ ਦਾ ਕੀ ਹੈ, ਮਰਜਰ ਹੋਇਆ ਸੀਗਾ। ਅੱਛਾ, ਦੋ ਚੀਜ਼ਾਂ ਹੁੰਦੀਆਂ ਨੇਗੀਆਂ, ਤੁਹਾਨੂੰ ਦੱਸ ਦਿੰਦੀ ਹਾਂ। ਇੱਕ ਤਾਂ ਹੁੰਦਾ ਮਰਜਰ, ਇੱਕ ਹੁੰਦੀ ਹੈ ਅਮਲਗਾਮੇਸ਼ਨ। ਕਿਸੇ ਵੀ ਚੀਜ਼ ਦੇ ਦੋ ਵਰਡ ਹੁੰਦੇ ਨੇ, ਇੱਕ ਤਾਂ ਦੇਖੋ ਮਰਜਰ ਹੁੰਦਾ ਵਰਡ, ਇੱਕ ਹੁੰਦਾ ਅਮਲਗਾਮੇਸ਼ਨ। ਅਮਲਗਾਮੇਸ਼ਨ ਥੋੜ੍ਹਾ ਜਿਹਾ ਫਰਕ ਹੈ ਇਹਨਾਂ ਦੇ ਵਿੱਚ, ਗੱਲਬਾਤ ਜੀ ਇੱਕੋ ਹੀ ਹੁੰਦੀ ਹੈ, ਕੋਈ ਐਡੀ ਗੱਲ ਨਹੀਂ। ਮਰਜਰ ਦੇ ਵਿੱਚ ਕੀ ਹੁੰਦਾ, ਮੰਨ ਲਓ ਜਿਵੇਂ ਆਹ ਕੋਈ ਵੱਡਾ ਬੈਂਕ ਹੈ, ਆਹ A ਬੈਂਕ ਹੈ ਵੱਡਾ, ਆਹ ਕੋਈ ਛੋਟਾ ਬੈਂਕ ਹੈ B, ਠੀਕ ਹੈ। ਆਹ A ਬੈਂਕ ਦੇ ਵਿੱਚ ਆ B ਨੂੰ ਮਰਜ ਕਰ ਦੇਣਗੇ, ਠੀਕ ਹੈ। ਤਾਂ B ਦੀ ਹੋਂਦ ਹੈ ਜਿਹੜੀ ਖਤਮ ਹੋ ਜੂਗੀ, ਤਾਂ ਐਂਡ 'ਤੇ ਨਿਕਲ ਕੇ ਕੀ ਆਊਗਾ, A ਬੈਂਕ, ਠੀਕ ਹੈ। ਹੋਰ ਵੱਡਾ ਹੋ ਜੂਗਾ, B ਇਹਦੇ ਵਿੱਚ ਮਿਲ ਜੂਗਾ, ਪਰ B ਦੀ ਹੋਂਦ ਹੈ ਜਿਹੜੀ ਖਤਮ ਹੋ ਜੂਗੀ, A ਦੀ ਹੋਂਦ ਰਹੂਗੀ, ਠੀਕ ਹੈ। ਇਹ ਤਾਂ ਹੁੰਦਾ ਮਰਜਰ। ਅਮਲਗਾਮੇਸ਼ਨ ਦਾ ਕੀ ਮਤਲਬ ਹੁੰਦਾ, ਆਹ A ਬੈਂਕ ਹੈ, ਆਹ B ਬੈਂਕ ਹੈ, ਦੋਨਾਂ ਦਾ ਅਮਲਗਾਮੇਸ਼ਨ ਹੋ ਗਿਆ, ਇੱਕ ਨਵਾਂ ਬੈਂਕ ਹੋਂਦ 'ਚ ਆ ਜਾਊਗਾ C ਬੈਂਕ। ਇਹ ਹੁੰਦਾ ਅਮਲਗਾਮੇਸ਼ਨ। ਕਿਸੇ ਵੀ ਸੰਸਥਾ ਦਾ, ਕਿਸੇ ਵੀ ਆਰਗੇਨਾਈਜੇਸ਼ਨ ਦਾ ਹੋ ਸਕਦਾ, ਬੈਂਕਿੰਗ ਸੈਕਟਰ 'ਚ ਵੀ ਹੋ ਸਕਦਾ। ਅਮਲਗਾਮੇਸ਼ਨ 'ਚ ਨਵੀਂ ਚੀਜ਼ ਬਣ ਜੂਗੀ, ਮਰਜਰ ਦੇ ਵਿੱਚੋਂ ਪੁਰਾਣੀ ਹੀ ਐਗਜ਼ਿਸਟ ਕਰੂਗੀ, ਇੱਕ ਦੀ ਹੋਂਦ ਬਿਲਕੁਲ ਖਤਮ ਹੋ ਜੂਗੀ। ਹੋਪਸ ਤੁਹਾਨੂੰ ਮਰਜਰ ਅਤੇ ਅਮਲਗਾਮੇਸ਼ਨ ਦਾ ਮੀਨਿੰਗ ਹੈ ਜਿਹੜਾ ਸਮਝ ਆ ਗਿਆ ਹੋਊਗਾ। ਅੱਛਾ ਜੀ, ਪ੍ਰੀਵੀਅਸ ਡੇਜ਼ ਦੇ ਵਿੱਚ ਜੋ ਵੀ ਆਪਣਾ ਬੈਂਕਿੰਗ ਸੈਕਟਰ ਤੋਂ ਕੁਝ ਕੁ ਨਿਊਜ਼ ਆਈਆਂ ਨੇਗੀਆਂ, ਤਾਂ ਉਹਨੂੰ ਵੀ ਆਪਾਂ ਰਿਵਾਈਜ਼ ਕਰ ਲੈਂਦੇ ਹਾਂ ਤਾਂ ਕਿ ਤੁਹਾਡੇ ਯਾਦ ਰਹਿ ਜਾਣ। ਹਾਂਜੀ, ਕੱਲ੍ਹ ਹੀ ਆਪਾਂ ਕਰਕੇ ਹਟੇ ICICI ਹੋਮ ਫਾਈਨਾਂਸ ਨੇ ਕੀ ਲਾਂਚ ਕੀਤਾ ਸੀਗਾ। ICICI ਹੋਮ ਫਾਈਨਾਂਸ ਨੇ ਹੋਮ ਲੋਨ ਸਕੀਮ ਲਾਂਚ ਕੀਤੀ ਸੀ, ਕਿਹੜੇ ਨਾਮ ਤੋਂ, ਆਪਣਾ ਘਰ ਡਰੀਮਜ਼, ਆਪਣਾ ਘਰ ਡਰੀਮਜ਼। ਤਾਂ ਇਹ ਯਾਦ ਰੱਖਣਾ, ਜਿਹੜੇ ਸਕਿਲਡ ਲੇਬਰਸ ਨੇ ਉਹਨਾਂ ਦੇ ਲਈ ਸੀਗਾ, ਠੀਕ ਹੈ। ਇੱਕ ICICI ਬੈਂਕ ਤੋਂ ਥੋੜ੍ਹਾ ਟਾਈਮ ਪਹਿਲਾਂ ਨਿਊਜ਼ ਆਈ ਸੀ, ਆਈ ਸਟਾਰਟਅਪ 2.0, ਆਈ ਸਟਾਰਟਅਪ 2.0। ਇਹ ਵੀ ਕਿਹਦਾ ਸੀਗਾ, ICICI ਬੈਂਕ ਦਾ ਹੀ ਸੀਗਾ, ਸਟਾਰਟਅਪ ਅਤੇ ਐਂਟਰਪ੍ਰੇਨਿਓਰਸ ਲਈ ਸੀਗਾ। ਹੋਰ ਕੀ ਯਾਦ ਰੱਖ ਸਕਦੇ ਹੋ, ICICI ਬੈਂਕ ਹੈ ਜਿਹੜਾ ਇਹੋ ਜਿਹਾ ਪਹਿਲਾ ਬੈਂਕ ਬਣਿਆ ਹੈਗਾ ਇਹ, ਕਿ ਜਿਹਨੇ ਜਿਹੜਾ ਕਿ ਆਪਣੇ ਫਾਰਮਰਸ ਦੀ ਕ੍ਰੈਡਿਟ ਵਰਥੀਨੈਸ ਹੈ ਜਿਹੜੀ, ਉਹ ਸੈਟੇਲਾਈਟ ਦੇ ਦੁਆਰਾ ਜਿਹੜਾ ਡਾਟਾ ਭੇਜਿਆ ਜਾਂਦਾ ਉਹਨੂੰ ਯੂਜ਼ ਕਰੂਗਾ ਇਹਨਾਂ ਦੀ ਕ੍ਰੈਡਿਟ ਵਰਥੀਨੈਸ ਨੂੰ ਚੈੱਕ ਕਰਨ ਦੇ ਲਈ। ਤਾਂ ਇਹ ਵੀ ਯਾਦ ਰੱਖਣਾ। ਅੱਛਾ, ਕੋਟਕ ਮਹਿੰਦਰਾ ਬੈਂਕ ਤੋਂ ਕੀ ਯਾਦ ਰੱਖ ਸਕਦੇ ਹੋ ਤੁਸੀਂ, ਕਿ ਜਿਹੜਾ ਪਹਿਲਾ ਬੈਂਕ ਹੈ ਜਿਹੜਾ ਇਹ ਜਿਹਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਿਹੜੀ KYC ਫੈਸਿਲਿਟੀ ਹੈ ਜਿਹੜੀ ਸ਼ੁਰੂ ਕੀਤੀ। ਤਾਂ ਇਹ ਸਾਰੇ ਪੁਆਇੰਟਸ ਤੁਸੀਂ ਬੈਂਕਿੰਗ ਸੈਕਟਰ ਤੋਂ ਰਿਵਾਈਜ਼ ਕਰ ਸਕਦੇ ਹੋ। ਹੋਪਸ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਵੇਟ, ਨੈਕਸਟ ਆ ਗਈ ਆਪਣੀ ਪ੍ਰਾਈਜ਼ਸ ਐਂਡ ਅਵਾਰਡਸ ਤੋਂ ਨਿਊਜ਼ ਹੈ ਜਿਹੜੀ। ਮਾਰਗਰੇਟ ਐਟਵੁੱਡ ਦੀ ਤੁਸੀਂ ਪਿਕਚਰ ਦੇਖ ਸਕਦੇ ਹੋ। ਇਹਨਾਂ ਨੂੰ ਕਿਹੜਾ ਅਵਾਰਡ ਮਿਲਿਆ ਹੈ ਜੀ, ਡਾਇਟਨ ਲਿਟਰੇਰੀ ਪੀਸ ਪ੍ਰਾਈਜ਼ 2020। ਇਹਨਾਂ ਨੂੰ ਮਿਲਿਆ ਮਾਰਗਰੇਟ ਐਟਵੁੱਡ ਨੂੰ। ਨਾਮ ਇਹਨਾਂ ਦਾ ਤੁਸੀਂ ਯਾਦ ਰੱਖ ਲੈਣਾ। ਦੈਨ ਉਸ ਤੋਂ ਬਾਅਦ ਕੀ ਹੈ, ਵਿਕਾਸ ਖੰਨਾ, ਇਹ ਕੀ ਨੇ, ਸ਼ੈਫ ਨੇ। ਇਹਨਾਂ ਨੂੰ ਕੀ ਮਿਲਿਆ, ਏਸ਼ੀਆ ਗੇਮ ਚੇਂਜਰ ਅਵਾਰਡ 2020, ਠੀਕ ਹੈ। ਇਹਨੂੰ ਯਾਦ ਰੱਖਣਾ। ਅੱਛਾ, ਵਿਕਾਸ ਖੰਨਾ ਨੂੰ ਇਹ ਕਾਹਦੇ ਲਈ ਮਿਲਿਆ ਹੈਗਾ, ਕੋਵਿਡ-19, ਜਦੋਂ ਕੋਵਿਡ-19 ਦੇ ਡਿਊਰਿੰਗ ਇਹਨਾਂ ਨੇ ਨਾ ਫੂਡ ਡਿਸਟਰੀਬਿਊਸ਼ਨ ਕੈਂਪੇਨ ਚਲਾਇਆ ਸੀਗਾ। ਕੀ ਚਲਾਇਆ ਸੀਗਾ, ਫੂਡ ਡਿਸਟਰੀਬਿਊਸ਼ਨ ਹੁੰਦਾ ਵੰਡਣਾ, ਕੈਂਪੇਨ ਇਹਨਾਂ ਨੇ ਚਲਾਇਆ ਸੀ। ਕਿਸ ਨਾਮ ਤੋਂ, ਫੀਡ ਇੰਡੀਆ ਦੇ ਨਾਮ ਤੋਂ, ਠੀਕ ਹੈ। ਉਸ ਕਰਕੇ ਹੀ ਜਿਹੜਾ ਇਹਨਾਂ ਨੂੰ ਇਹ ਅਵਾਰਡ ਹੈ ਜਿਹੜਾ ਮਿਲਿਆ, ਠੀਕ ਹੈ। ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਥੋੜ੍ਹੇ ਦਿਨ ਪਹਿਲਾਂ ਆਪਾਂ ਕੀਤਾ ਸੀਗਾ ਇੰਦਰਾ ਗਾਂਧੀ ਪੀਸ ਪ੍ਰਾਈਜ਼ ਹੈ ਜਿਹੜਾ ਕਿਹਨੂੰ ਮਿਲਿਆ, ਡੇਵਿਡ ਐਟਨਬਰੋ ਨੂੰ, ਠੀਕ ਹੈ। ਡੇਵਿਡ ਐਟਨਬਰੋ, ਇਹਨਾਂ ਦਾ ਨਾਮ ਵੀ ਤੁਸੀਂ ਫਿਰ ਯਾਦ ਰੱਖ ਲਿਓ, ਰਿਵਾਈਜ਼ ਕਰ ਲਿਓ। ਕਲੀਅਰ ਹੈ ਜੀ। ਚਲੋ ਜੀ, ਨੈਕਸਟ 'ਤੇ ਚੱਲਦੇ ਹਾਂ। ਨੈਕਸਟ ਆ ਗਈ ਆਪਣੀ ਨਿਊਜ਼, WeChat ਐਂਡ TikTok ਬੈਨਡ ਰੀਸੈਂਟਲੀ ਬਾਏ ਅਮੈਰੀਕਾ ਨੇ ਰੀਸੈਂਟਲੀ WeChat ਅਤੇ TikTok ਨੂੰ ਕੀ ਹੈ, ਬੈਨ ਕਰਤਾ, ਠੀਕ ਹੈ। ਅੱਛਾ, ਹੁਣ ਤੁਸੀਂ ਕਹਿੰਦੇ ਹੋਗੇ ਥੋੜ੍ਹੇ ਦਿਨ ਪਹਿਲਾਂ ਤਾਂ ਓਰੈਕਲ ਤੋਂ ਨਿਊਜ਼ ਕਰਾਈ ਸੀ ਹੈ ਨਾ, ਕਿ ਉਹਦੇ ਨਾਲ ਪਾਰਟਨਰ ਕੀਤਾ। ਦੇਖੋ, ਉਸ ਤੋਂ ਵੀ ਪਹਿਲਾਂ ਦੀ ਗੱਲ ਚੱਲਦੇ ਹਾਂ। ਅਮੈਰੀਕਾ ਨੇ, ਜਦੋਂ ਮੈਂ ਤੁਹਾਨੂੰ ਕਾਫੀ ਟਾਈਮ ਪਹਿਲਾਂ, ਆਈ ਥਿੰਕ ਅਗਸਤ ਦੀ ਨਿਊਜ਼ ਹੈ ਇਹ, ਅਮੈਰੀਕਾ ਨੇ ਇਹ ਗੱਲ ਕਹੀ ਸੀ ਵੀ ਜਦੋਂ ਤੱਕ ਜਿਹੜੀ ਆਪਣੀ ਅਮੈਰੀਕਾ ਦੀ ਕੋਈ ਕੰਪਨੀ ਟਿਕਟੋਕ ਨੂੰ ਪਰਚੇਜ਼ ਨਹੀਂ ਕਰ ਲੈਂਦੀ, ਉਦੋਂ ਤੱਕ, ਜੇ ਤਾਂ ਕਰ ਲਿਆ 15 ਸਤੰਬਰ ਤੱਕ ਤਾਂ ਓਕੇ ਆ ਪਰਚੇਜ਼, ਠੀਕ ਹੈ। ਐਂ ਨਹੀਂ ਕਿ ਪਾਰਟਨਰਸ਼ਿਪ, ਪਰਚੇਜ਼ ਕਰ ਲਿਆ ਤਾਂ, ਬਟ ਜੇ ਨਹੀਂ ਕਰ ਪਾਈ ਤਾਂ ਟਿਕਟੋਕ ਨੂੰ ਬੈਨ ਕਰ ਦਿੱਤਾ ਜਾਊਗਾ ਅਮੈਰੀਕਾ ਦੇ ਵਿੱਚ। ਹੁਣ ਕੀ ਗੱਲ ਸਾਹਮਣੇ ਆਈ ਕਿ ਓਰੈਕਲ ਨਾਲ ਇਹਨਾਂ ਨੇ ਪਾਰਟਨਰਸ਼ਿਪ ਕਰ ਲਈ ਅਤੇ ਵੀ ਫੇਰ ਆਪਰੇਸ਼ਨ ਚਲਾ ਲਾਂਗੇ ਅਸੀਂ, ਹੈ ਨਾ। ਪਰ ਅਮੈਰੀਕਾ ਕਹਿੰਦਾ ਇਹ ਗੱਲ ਤਾਂ ਠੀਕ ਨਹੀਂ, ਮੈਂ ਤਾਂ ਪਰਚੇਜ਼ ਕਰਨ ਲਈ ਕਿਹਾ ਸੀ। ਜਦੋਂ ਪਾਰਟਨਰਸ਼ਿਪ ਵੀ ਹੋਈ ਸਾਡਾ ਡਾਟਾ ਤਾਂ ਉਦੋਂ ਵੀ ਚੋਰੀ ਹੋਊਗਾ, ਹੈ ਨਾ। ਤਾਂ ਫਿਰ ਇਸ ਰੀਜ਼ਨ ਕਰਕੇ ਕੀ ਹੈਗਾ, ਅਮੈਰੀਕਾ ਨੇ ਕੀ ਹੈ, ਬੈਨ ਲਾਤਾ WeChat ਅਤੇ TikTok ਦੋਨਾਂ 'ਤੇ ਹੀ ਅਮੈਰੀਕਾ ਦੇ ਵਿੱਚ, ਠੀਕ ਹੈ। ਅੱਛਾ, ਵੇਟ, ਦੋਨਾਂ ਦੇ ਬੈਨ ਲਾਤਾ। WeChat ਹੈ ਜਿਹੜਾ, ਇਹ ਤਾਂ 20 ਸਤੰਬਰ ਤੋਂ ਹੀ ਬੈਨ ਹੈ,
ਟਿਕਟੌਕ ਦੇ ਵਿੱਚ ਥੋੜ੍ਹੀ ਜਿਹੀ ਰਾਹਤ ਹੈ, 12 ਨਵੰਬਰ ਤੋਂ ਹੀ ਕੀ ਹੈ ਬੈਨ ਕੀਤਾ ਜਾਊਗਾ, ਹੋ ਜਾਊਗਾ, ਬਟ ਇਹ ਕੀ ਹੈ ਨਿਊਜ਼ ਦੇ ਵਿੱਚ ਆ ਗਿਆ ਕਿ ਬੈਨ ਕਰਤਾ। ਅੱਛਾ, ਅਮੈਰੀਕਾ ਦੀ ਗੱਲ ਕਰਦੇ ਹਾਂ ਆਪਾਂ। ਅਮੈਰੀਕਾ ਤੋਂ ਪ੍ਰੀਵੀਅਸ ਡੇਜ਼ ਦੇ ਵਿੱਚ ਜਿਹੜੀਆਂ ਵੀ ਨਿਊਜ਼ ਆਈਆਂ ਉਹ ਰਿਵਾਈਜ਼ ਕਰਦੇ ਹਾਂ। ਉਸ ਤੋਂ ਪਹਿਲਾਂ ਤੁਸੀਂ ਕੀ ਯਾਦ ਰੱਖਣਾ ਹੈਗਾ ਕਿ ਜਿਹੜਾ ਆਪਣਾ ਟਿਕਟੌਕ ਹੈਗਾ, ਇਹਦੀ ਜਿਹੜੀ ਪੇਰੈਂਟ ਕੰਪਨੀ ਹੈਗੀ ਉਹਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਹੈ। ਮੈਂ ਪਹਿਲਾਂ ਵੀ ਕਰਵਾਇਆ ਸੀ, ਬਾਈਟਡਾਂਸ। ਇਹਨਾਂ ਦਾ ਨਾਮ ਯਾਦ ਰੱਖ ਲਿਓ, ਪੇਰੈਂਟ ਕੰਪਨੀ ਟਿਕਟੌਕ ਦੀ। ਹਾਂਜੀ, ਪ੍ਰੀਵੀਅਸ ਡੇਜ਼ ਦੇ ਵਿੱਚ ਅਮੈਰੀਕਾ ਤੋਂ ਆਉਣ ਵਾਲੀ ਨਿਊਜ਼, ਵਰਲਡ ਦੀ ਰਿਚੈਸਟ ਅਮੈਰੀਕਨ ਦੀ ਲਿਸਟ ਰਿਲੀਜ਼ ਹੋਈ ਸੀ, ਰਿਚੈਸਟ ਅਮੈਰੀਕਨਸ ਦੀ, ਹੈ ਨਾ, ਅਮੈਰੀਕਨਸ ਦੀ। ਇਹਦੇ ਵਿੱਚ ਟੌਪ 'ਤੇ ਕੌਣ ਸੀਗੇ? ਜੈਫ ਬੈਜ਼ਸ ਐਮਾਜ਼ੋਨ ਦੇ ਫਾਊਂਡਰ ਅਤੇ CEO। ਦੂਜੇ ਨੰਬਰ 'ਤੇ ਕੌਣ ਸੀ? ਬਿਲ ਗੇਟਸ। ਤੀਜੇ ਨੰਬਰ 'ਤੇ ਕੌਣ ਸੀ? ਮਾਰਕ ਜ਼ਕਰਬਰਗ। ਤਾਂ ਇਹ ਸਾਰੇ ਦੇ ਸਾਰੇ ਪੁਆਇੰਟ ਯਾਦ ਰੱਖਣੇ। ਬਿਲ ਗੇਟਸ ਰਿਲੇਟਡ ਟੂ ਮਾਈਕਰੋਸਾਫਟ, ਮਾਰਕ ਜ਼ਕਰਬਰਗ ਰਿਲੇਟਡ ਟੂ ਫੇਸਬੁੱਕ। ਕਲੀਅਰ ਹੈ। ਇਸ ਤੋਂ ਇਲਾਵਾ ਹੋਰ ਕੀ ਆਈ ਸੀ ਅਮੈਰੀਕਾ ਤੋਂ ਨਿਊਜ਼ ਕਿ ਡੋਨਾਲਡ ਟਰੰਪ ਨੇ ਜਿਹੜੇ, ਡੋਨਾਲਡ ਟਰੰਪ, ਇਹਨਾਂ ਨੂੰ ਨੋਮੀਨੇਟ ਕੀਤਾ ਜਾਊਗਾ 2021 ਦੇ ਨੋਬਲ ਪੀਸ ਪ੍ਰਾਈਜ਼ ਦੇ ਲਈ। ਨੋਬਲ ਪੀਸ ਪ੍ਰਾਈਜ਼ ਦੇ ਲਈ ਇਹਨਾਂ ਨੂੰ ਕੀ ਹੈ ਨੋਮੀਨੇਟ ਕੀਤਾ ਜਾਊ, ਕਿਉਂਕਿ ਇਹਨਾਂ ਨੇ ਪੀਸ ਡੀਲ ਕਰਾਈ ਸੀ ਨਾ, ਇਬਰਾਹਿਮ ਡੀਲ ਵੀ ਉਹਨੂੰ ਕਿਹਾ ਜਾਂਦਾ। ਮੈਂ ਤੁਹਾਨੂੰ ਕਿਹਾ ਸੀਗਾ, ਦੱਸਿਆ ਸੀਗਾ, 3 ਧਰਮਾਂ ਦਾ ਕੰਬੀਨੇਸ਼ਨ ਹੈ। ਉਹ ਸਾਰੀ ਚੀਜ਼ ਕਰਕੇ ਕੀ ਹੈ ਇਹਨਾਂ ਨੂੰ 2021 ਦੇ ਲਈ ਹੈ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਕੀਤਾ ਗਿਆ। ਅੱਛਾ, ਹੁਣ ਗੱਲ ਆ ਗਈ ਆਪਣਾ ਨੋਬਲ ਪ੍ਰਾਈਜ਼ ਦੀ, ਹੈ ਨਾ। ਨੋਬਲ ਪ੍ਰਾਈਜ਼ ਦੀ ਜੇ ਮੈਂ ਗੱਲ ਕਰਾਂ, ਨੋਬਲ ਪ੍ਰਾਈਜ਼ ਹੈ ਜਿਹੜਾ ਐਲਫਰਡ ਨੋਬਲ ਦੇ ਨਾਮ 'ਤੇ ਦਿੱਤਾ ਜਾਂਦਾ। ਉਹਦੀ ਡੈਥ ਐਨੀਵਰਸਰੀ ਨੂੰ ਦਿੱਤਾ ਜਾਂਦਾ, 10 ਦਸੰਬਰ ਨੂੰ ਹੁੰਦੀ ਹੈ। ਐਲਫਰਡ ਨੋਬਲ ਉਹੀ ਜਿਨ੍ਹਾਂ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀਗੀ, ਠੀਕ ਹੈ, ਡਾਇਨਾਮਾਈਟ ਦੀ ਖੋਜ ਕੀਤੀ ਸੀ। 6 ਕੈਟਾਗਰੀਜ਼ ਦੇ ਵਿੱਚ ਦਿੱਤਾ ਜਾਂਦਾ, 5 ਤੇ 1 ਦੇ ਵਿੱਚ ਆਪਾਂ ਇਹਨੂੰ ਵੰਡ ਸਕਦੇ ਹਾਂ। ਇੱਕ ਕੈਟਾਗਰੀ ਕਿਹੜੀ ਹੈਗੀ? ਆਪਣੀ ਪੀਸ ਦੀ, ਇਹਨੂੰ ਕੌਣ ਦਿੰਦਾ? ਨਾਰਵੇ, ਓਸਲੋ। 5 ਕੈਟਾਗਰੀਜ਼ ਕਿਹੜੀਆਂ? ਫਿਜ਼ਿਕਸ, ਕੈਮਿਸਟਰੀ, ਮੈਡੀਸਨ, ਲਿਟਰੇਚਰ ਅਤੇ ਇਕਨੋਮਿਕਸ, ਠੀਕ ਹੈ। ਇਹਨਾਂ ਕੈਟਾਗਰੀਜ਼ ਨੂੰ ਕੌਣ ਦਿੰਦਾ ਹੈਗਾ? ਸਵੀਡਨ, ਸਟਾਕਹੋਮ, ਸਵੀਡਨ, ਠੀਕ ਹੈ, ਇਹ ਦਿੰਦਾ ਹੈਗਾ। ਯਾਦ ਰੱਖਣਾ ਜਿਹੜਾ ਇਕਨੋਮਿਕਸ ਦਾ ਆਪਣਾ ਹੈਗਾ, ਇਕਨੋਮਿਕਸ ਦਾ ਪ੍ਰਾਈਜ਼, ਇਹ ਸਟਾਰਟਿੰਗ ਦੇ ਵਿੱਚ ਹੀ ਦਿੱਤਾ ਜਾਣਾ ਨਹੀਂ ਸ਼ੁਰੂ ਹੋਇਆ ਸੀ। 1967 ਦੇ ਵਿੱਚ ਅਨਾਊਂਸਮੈਂਟ ਹੋਈ ਕਿ ਦਿੱਤਾ ਜਾਇਆ ਕਰੂਗਾ, ਅਤੇ 1969 ਦੇ ਵਿੱਚ ਪਹਿਲੀ ਵਾਰੀ ਹੈ ਜਿਹੜਾ ਇਹ ਪ੍ਰਾਈਜ਼ ਦਿੱਤਾ ਗਿਆ ਇਕਨੋਮਿਕਸ ਦੇ ਖੇਤਰ ਦੇ ਵਿੱਚ। ਇਹ ਪੁਆਇੰਟ ਯਾਦ ਰੱਖਣਾ। ਵੈਸੇ ਨੋਬਲ ਪ੍ਰਾਈਜ਼ ਦੀ ਗੱਲ ਕਰਾਂ ਜਿਵੇਂ 1901 ਦੇ ਵਿੱਚ ਸਟਾਰਟ ਹੋਏ ਸੀ। ਤਾਂ ਇਹ ਸਾਰੇ ਪੁਆਇੰਟਸ ਨੇ ਜਿਹੜੇ ਨੋਬਲ ਪ੍ਰਾਈਜ਼ ਦੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਓਕੇ ਆ। ਅੱਛਾ, ਜਿਹੜੀ ਗੱਲ ਕਰੀਏ ਆਪਾਂ ਅਮੈਰੀਕਾ ਦੀ ਗੱਲ ਕਰ ਰਹੇ ਸੀਗੇ, ਇੱਕ ਹੋਰ ਟਾਈਮ ਨਿਊਜ਼ ਦੇ ਵਿੱਚ ਆਇਆ ਸੀਗਾ ਹੈਰੀਟੇਜ ਸਿਟੀ ਨੂੰ ਲੈ ਕੇ ਕਿ ਜਿਹੜੇ US ਦੇ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਡਿਕਲੇਅਰ ਕੀਤਾ ਕਿ ਇਹਨੂੰ ਵਿਲਿੰਗਟਨ ਨੂੰ ਐਜ਼ ਅ ਫਸਟ ਵਰਲਡ ਵਾਰ 2 ਹੈਰੀਟੇਜ ਸਿਟੀ ਹੈ ਜਿਹੜਾ ਡਿਕਲੇਅਰ ਕੀਤਾ, ਠੀਕ ਹੈ। ਵਿਲਿੰਗਟਨ 'ਚ ਸ਼ਿਪ ਬਿਲਡਿੰਗ ਸਾਈਟ ਸੀ। ਸੈਕਿੰਡ ਵਰਲਡ ਵਾਰ ਟਾਈਮ ਇਸ ਸਾਈਟ ਨੇ 5 ਈਅਰ ਦੇ ਵਿੱਚ 243 ਜਿਹੜੇ ਸ਼ਿਪ ਬਣਾਏ ਸੀ, ਜਿਹਦੇ ਕਰਕੇ ਕੀ ਹੈਗਾ ਇਹਨੂੰ ਹੈਰੀਟੇਜ ਸਿਟੀ ਦਾ ਦਰਜਾ ਦਿੱਤਾ ਗਿਆ, ਠੀਕ ਹੈ। ਅੱਛਾ, ਕੈਪੀਟਲ ਦੀ ਜੇ ਮੈਂ ਗੱਲ ਕਰਾਂ, ਕੈਪੀਟਲ ਕੀ ਹੈ ਇਹਦੀ? ਅਮੈਰੀਕਾ ਦੀ ਵਾਸ਼ਿੰਗਟਨ DC। ਵਾਸ਼ਿੰਗਟਨ DC ਦੇ ਵਿੱਚ ਹੈੱਡਕੁਆਟਰ ਕਿਹਦਾ ਹੁੰਦਾ? ਪਹਿਲਾਂ ਤਾਂ ਇਹ ਦੱਸੋ ਕਿਹਦਾ ਹੁੰਦਾ ਜੀ? ਨਾਸਾ ਦਾ ਤੁਹਾਨੂੰ ਕਰਵਾਇਆ ਹੋਇਆ ਮੈਂ, ਵਰਲਡ ਬੈਂਕ ਦਾ ਤੁਹਾਨੂੰ ਕਰਵਾਇਆ ਹੋਇਆ, IMF ਦਾ ਕਰਾਇਆ, ਅਤੇ ਪਲੱਸ ਮੈਂ ਤੁਹਾਨੂੰ 2-3 ਦਿਨ ਪਹਿਲਾਂ ਹੀ ਐਮਾਜ਼ੋਨ ਦਾ ਵੀ ਕਰਾਇਆ ਸੀਗਾ। ਅਤੇ ਵਾਸ਼ਿੰਗਟਨ DC ਤੋਂ ਤੁਸੀਂ ਯਾਦ ਰੱਖਣਾ। ਅੱਛਾ, ਇੱਥੋਂ ਦੀ ਕਰੰਸੀ ਕਿਹੜੀ ਹੈ? ਡਾਲਰ, ਇਹ ਵੀ ਪਤਾ ਹੋਵੇ ਤੁਹਾਨੂੰ। ਸੰਸਦ ਦਾ ਨਾਮ ਕੀ ਹੈ? ਕਾਂਗਰਸ। ਪ੍ਰੈਜ਼ੀਡੈਂਟ ਕੌਣ ਨੇ? ਡੋਨਾਲਡ ਟਰੰਪ। ਕਿੰਨਵੇਂ ਨੇ? 45ਵੇਂ ਨੇ। ਕਿਹੜੀ ਪਾਰਟੀ ਨਾਲ ਸੰਬੰਧਿਤ ਨੇ ਇਹ? ਰਿਪਬਲਿਕਨ, ਠੀਕ ਹੈ। ਸਾਰੇ ਦੇ ਸਾਰੇ ਪੁਆਇੰਟ ਤੋਂ ਰਿਵਾਈਜ਼ ਰੱਖਣੇ ਆ। ਨੈਕਸਟ ਹੈ ਜੀ ਆਪਣੇ ਲਾਸਟ ਡੇ ਦੇ ਕੁਐਸਚਨ ਦੀ ਜੇ ਮੈਂ ਗੱਲ ਕਰਾਂ, ਇੰਡੀਆਜ਼ GDP ਗਰੋਥ ਐਸਟੀਮੇਟ ਇਨ ਫਾਈਨੈਂਸ਼ੀਅਲ ਈਅਰ 2020-21 ਅਕੋਰਡਿੰਗ ਟੂ, ਸਾਰਿਆਂ ਦੇ ਅਕੋਰਡਿੰਗ ਮੈਂ ਤੁਹਾਨੂੰ ਪੁੱਛਿਆ ਸੀਗਾ। ਇਹਦਾ ਆਨਸਰ ਤੁਸੀਂ ਚੱਜ ਨਾਲ ਕਿਉਂ ਨਹੀਂ ਕੀਤਾ ਹੈਗਾ? ਤੁਹਾਨੂੰ ਯਾਦ ਨਹੀਂ ਕਿ ਯਾਦ ਕੀਤਾ ਨਹੀਂ ਜਾਂ ਯਾਦ ਹੋਇਆ ਨਹੀਂ? ਮੈਂ ਤਾਂ ਕਿੰਨੇ ਵਾਰ ਰਿਵਾਈਜ਼ ਕਰਵਾਇਆ ਤੁਹਾਨੂੰ, ਜਿੰਨੇ ਵਾਰੀ ਇਹ ਸਾਰੀਆਂ ਨਿਊਜ਼ ਕਰਵਾਈਆਂ ਉਨੇ ਵਾਰ ਪਿਛਲਾ ਰਿਵਾਈਜ਼ ਕਰਾਇਆ, ਫਿਰ ਯਾਦ ਕਿਉਂ ਨਹੀਂ ਸੀਗਾ? ਇਹ ਯਾਦ ਹੋਣਾ ਚਾਹੀਦਾ। ਦੇਖੋ, ਇਹ ਕੰਮ ਨਹੀਂ ਕਰਨਾ ਹੈਗਾ ਕਿ ਛੱਡ ਦਿਓ, ਹੈ ਨਾ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਜੇ ਇਹ ਨਹੀਂ ਯਾਦ ਹੈਗਾ ਨਾ ਤਾਂ ਲੱਭੋ ਉਹਨੂੰ ਕਾਪੀ ਦੇ ਵਿੱਚੋਂ, ਅਤੇ ਯਾਦ ਕਰਕੇ ਉਸ ਤੋਂ ਬਾਅਦ ਟਾਈਪ ਕਰੋ। ਤੁਸੀਂ ਤਾਂ ਛੱਡ ਹੀ ਦਿੱਤਾ, ਕੰਮ ਹੀ ਨਿਬੇੜਤਾ। ਐਵੇਂ ਨਹੀਂ ਚੱਲਣਾ ਹੈਗਾ ਕੰਮ ਭਾਈ। ਜੇ ਮੈਂ ਐਫਰਟ ਕਰ ਰਹੀ ਹਾਂ ਥੋੜ੍ਹੀ ਤੁਸੀਂ ਵੀ ਕਰੋ, ਠੀਕ ਹੈ। ਤਾਂ ਮੂਡੀਜ਼ ਦੇ ਅਕੋਰਡਿੰਗ ਹੈ ਜਿਹੜਾ, ਮੂਡੀਜ਼ ਦੇ ਅਕੋਰਡਿੰਗ ਜਿਹੜਾ ਇੰਡੀਆ ਦਾ GDP ਗਰੋਥ ਐਸਟੀਮੇਟ ਹੈ ਜਿਹੜਾ ਕਿੰਨਾ ਸੀਗਾ? -11.5%। ਹੁਣ ਯਾਦ ਕਰ ਲਓ ਜੇ ਨਹੀਂ ਯਾਦ ਹੈਗਾ ਸੀਗਾ, ਠੀਕ ਹੈ। ਅੱਛਾ, ADB ਦੀ ਜੇ ਮੈਂ ਗੱਲ ਕਰਾਂ, ADB ਦੇ ਅਕੋਰਡਿੰਗ ਕਿੰਨਾ ਸੀਗਾ? ਮਾਈਨਸ ਸਾਰਿਆਂ ਦੇ ਮੂਹਰੇ ਲੱਗੂਗੀ, -9.0%। ਸਟੈਂਡਰਡ ਪੂਅਰ ਦੇ ਅਕੋਰਡਿੰਗ ਵੀ -9.0%, ਠੀਕ ਹੈ। ਆਫਟਰ ਦੈਟ UBS ਸਿਕਿਉਰਿਟੀਜ਼ ਦੇ ਅਕੋਰਡਿੰਗ ਕਿੰਨਾ ਸੀਗਾ ਇਹ ਆਪਣਾ? ਦੈਟ ਇਜ਼ -8.6%, ਯਾਦ ਰੱਖਣਾ। OECD ਦੇ ਅਕੋਰਡਿੰਗ ਕਿੰਨਾ ਸੀਗਾ? -10.2%। ਤਾਂ ਇਹ ਸਾਰੇ ਦੇ ਸਾਰੇ ਪੁਆਇੰਟ ਯਾਦ ਰੱਖਣੇ ਨੇ, ਠੀਕ ਹੈ। ਇਹ ਕੰਮ ਨਹੀਂ ਕਰਨਾ ਅੱਗੇ ਤੋਂ ਵੀ ਯਾਦ ਨਹੀਂ, ਛੱਡ ਦਿਓ, ਨਹੀਂ। ਨੈਕਸਟ ਹੈ ਜੀ CM ਆਫ ਇੰਡੀਅਨ ਸਟੇਟਸ।
CM याद रखने ने तुसीं, ਜਿਹੜੇ ਆ ਪਹਿਲਾਂ ਵਾਲੇ ਨੇ ਤੁਹਾਨੂੰ ਕਰਵਾਏ ਹੋਏ ਨੇ, ਪਿਛਲੇ 4 ਐਡ ਕੀਤੇ ਨੇ। ਆਂਧਰਾ ਪ੍ਰਦੇਸ਼ ਦੇ YS ਜਗਨ ਮੋਹਨ ਰੈੱਡੀ। ਦੇਖੋ ਆਂਧਰਾ ਪ੍ਰਦੇਸ਼ ਤੋਂ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ ਨਾ ਕਿ YSR ਜਿੱਥੇ ਵੀ ਆ ਗਿਆ ਸਕੀਮ ਦੇ ਮੂਹਰੇ ਹੈ ਨਾ, ਤੁਸੀਂ ਚੁੱਪ ਕਰਕੇ ਆਂਧਰਾ ਪ੍ਰਦੇਸ਼ ਲਾ ਦਿਓ। ਦੇਖੋ YS ਤੋਂ ਹੀ ਇਹਨਾਂ ਦਾ ਨਾਮ ਸ਼ੁਰੂ ਹੁੰਦਾ, ਤੁਸੀਂ ਐਵੇਂ ਜੇ ਲਿੰਕ ਕਰ ਸਕਦੇ ਹੋ। ਅਰੁਣਾਚਲ ਪ੍ਰਦੇਸ਼ ਦੇ ਪੀਮਾ ਖੰਡੂ, ਨਾਮ ਯਾਦ ਰੱਖਣਾ। ਅਸਾਮ ਤਾਂ ਕਾਫੀ ਵਾਰ ਨਿਊਜ਼ ਦੇ ਵਿੱਚ ਆਇਆ, ਸਰਬਾਨੰਦ ਸੋਨੋਵਾਲ ਵੈਸੇ ਹੀ ਯਾਦ ਹੋ ਗਿਆ ਹੋਣਾ। ਬਿਹਾਰ ਦੇ ਵੀ ਆਪਾਂ ਨੂੰ ਪਤਾ ਨਿਤਿਸ਼ ਕੁਮਾਰ ਜੀ ਨੇ ਹੈ ਨਾ। ਛੱਤੀਸਗੜ੍ਹ ਦੇ ਮੈਂ ਤੁਹਾਨੂੰ ਕਿਹਾ ਸੀ ਇਕੱਲੇ ਯਾਦ ਕਰ ਲਿਓ। ਦਿੱਲੀ ਦੇ ਅਰਵਿੰਦ ਕੇਜਰੀਵਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਗੋਆ ਦਾ ਮੈਂ ਲਿੰਕ ਦੱਸਿਆ ਸੀ ਕਿ ਸਾਵੰਤ ਤੋਂ ਯਾਦ ਰੱਖਣਾ ਹੈ। ਗੁਜਰਾਤ ਦੇ ਵਿਜੇ ਰੂਪਾਨੀ, ਵਿਜੇ ਰੱਥ ਤੋਂ ਯਾਦ ਰੱਖ ਲਈ ਕਿ ਕੋਵਿਡ-19 ਨਾਲ ਇਹਨਾਂ ਨੇ ਫਲੈਗਡ ਆਫ ਕੀਤਾ ਸੀਗਾ। ਤਾਂ ਚਾਰੇ ਮੈਂ ਨਵੇਂ ਐਡ ਕੀਤੇ ਨੇ, ਠੀਕ ਹੈ। ਹਿਮਾਚਲ ਪ੍ਰਦੇਸ਼, ਇਹਨੂੰ ਕਿਵੇਂ ਯਾਦ ਰੱਖ ਸਕਦੇ ਹੋ? ਇਹਦੇ ਜੈਰਾਮ ਠਾਕੁਰ ਨੇ। ਦੇਖੋ ਹਿਮਾਚਲ ਪ੍ਰਦੇਸ਼ ਆਪਣੇ ਇੰਡੀਆ ਦੇ ਮੈਪ 'ਚ ਉੱਪਰ ਵਾਲੀ ਸਾਈਡ ਆਉਂਦਾ ਨਾ, ਲਾਈਕ ਨਾਰਥ ਵਾਲੀ ਸਾਈਡ ਹੈ ਨਾ। ਤਾਂ ਜੈਰਾਮ ਠਾਕੁਰ, ਆਪਾਂ ਰਾਮ ਤੋਂ ਥੋੜ੍ਹਾ ਜਿਹਾ ਲਿੰਕ ਕ੍ਰੀਏਟ ਕਰ ਲਓ, ਜਿਵੇਂ ਅੱਲਾ ਰਾਮ ਹੈ ਨਾ। ਜਿੱਦਾਂ ਆਪਾਂ ਰੱਬ ਨੂੰ ਕਹਿੰਦੇ ਹਾਂ ਨਾ, ਕੁਛ ਆਪਾਂ ਉੱਪਰ ਵੱਲ ਨੂੰ ਦੇਖ ਕੇ ਕਹਿੰਦੇ ਹੁੰਦੇ ਹਾਂ ਕਿ ਸੁਣ ਲਾ। ਇਹੀ ਗੱਲ ਤਾਂ ਹੈ ਨਹੀਂ ਕਿ ਰੱਬ ਉੱਪਰ ਹੈ ਤਾਂ ਸਾਰੇ ਕਿਤੇ, ਬਟ ਇਨ ਦੀ ਸੈਂਸ ਆਪਾਂ ਕਹਿੰਦੇ ਹੀ ਐਵੇਂ ਆ ਹੈ ਨਾ। ਤਾਂ HP ਵੀ ਉੱਪਰ ਵਾਲੀ ਸਾਈਡ ਹੈ, ਲਾਈਕ ਨਾਰਥ ਵਾਲੀ ਸਾਈਡ। ਤਾਂ ਥੋੜ੍ਹਾ ਜਿਹਾ ਯਾਦ ਰੱਖ ਲਿਓ, ਰਾਮ ਤੋਂ ਹੀ ਯਾਦ ਤੁਹਾਨੂੰ ਰਹਿ ਜਾਊਗਾ। ਹਰਿਆਣਾ ਦੇ ਪਤਾ ਆਪਾਂ ਨੂੰ ਮਨੋਹਰ ਲਾਲ ਖੱਟਰ ਹੈ, ਠੀਕ ਹੈ। ਝਾਰਖੰਡ ਦੇ ਯਾਦ ਰੱਖਣਾ ਹਿਮੰਤ ਸੋਰੀਨ, ਠੀਕ ਹੈ। ਕਰਨਾਟਕਾ ਦੇ ਕਾਫੀ ਵਾਰ ਨਿਊਜ਼ 'ਚ ਆਇਆ BS ਯੈਡੀਯੂਰੱਪਾ, ਇਹਨਾਂ ਨੇ ਬੈਂਗਲੁਰੂ ਲਾਈਫ ਸਾਇੰਸ ਪਾਰਕ ਹੈ ਜਿਹੜਾ, ਉਹਨੂੰ ਵੀ ਇਨੈਗੋਰੇਟ ਕੀਤਾ ਸੀਗਾ, ਠੀਕ ਹੈ। ਕੱਲ੍ਹ ਪਰਸੋਂ ਕਰਨਾਟਕਾ ਤੋਂ ਨਿਊਜ਼ ਆਈ ਸੀ ਕਿ ਆਰਥਿਕ ਸੰਵਾਦਨਾ ਲੋਨ ਡਿਸਪਰਸਮੈਂਟ ਪ੍ਰੋਗਰਾਮ ਵੀ ਕਰਨਾਟਕ ਨੇ ਲਾਂਚ ਕੀਤਾ। ਤਾਂ ਥੋੜ੍ਹਾ ਥੋੜ੍ਹਾ ਯਾਦ ਤੁਹਾਨੂੰ ਰਹਿ ਗਿਆ ਹੋਊਗਾ ਕਿਉਂਕਿ ਕਰਨਾਟਕਾ ਕਾਫੀ ਵਾਰ ਨਿਊਜ਼ ਦੇ ਵਿੱਚ ਆਇਆ, ਠੀਕ ਹੈ। ਹਾਂਜੀ, ਅਨਅਕੈਡਮੀ ਦੇ ਉੱਤੇ ਲਾਈਵ ਕਲਾਸਿਸ ਹੁੰਦੀਆਂ ਜੀ ਫਨਕਾਰ ਸਰ ਦੀਆਂ, ਐਜ਼ ਯੂ ਆਲਰੇਡੀ ਨੋ ਦੈਟ। ਅਤੇ ਉਹਨਾਂ ਨੂੰ ਜ਼ਰੂਰ ਵਿਜ਼ਿਟ ਕਰਨਾ, ਲਾਈਵ ਕਲਾਸਿਸ ਦੇਖਣੀਆਂ ਨੇ ਤਾਂ ਕਿ ਤੁਹਾਡੀ ਜਿਹੜੀ ਰਿਵੀਜ਼ਨ ਹੈ ਬੈਟਰ ਵੇ ਨਾਲ ਹੋ ਸਕੇ, ਠੀਕ ਹੈ। ਅਤੇ ਨੰਬਰ ਸਕਰੀਨ 'ਤੇ ਫਲੈਸ਼ ਹੋ ਰਿਹਾ, ਕੋਈ ਵੀ ਡਾਊਟ ਵਗੈਰਾ ਕਲਾਸਿਸ ਨੂੰ ਲੈ ਕੇ ਜਾਂ ਕਲਾਸਿਸ ਨਹੀਂ ਮਿਲ ਰਹੀਆਂ ਜਾਂ ਕੁਛ ਵੀ, ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ, WhatsApp ਕਰ ਸਕਦੇ ਹੋ। ਕਾਲ ਨਹੀਂ ਲੱਗਣੀ ਹੈ, ਅਤੇ ਠੀਕ ਹੈ WhatsApp ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਡੇ ਕੰਮ ਦੇ ਕਾਫੀ ਸਾਰੇ ਲਿੰਕਸ ਤੁਹਾਨੂੰ ਮਿਲ ਜਾਣਗੇ, ਠੀਕ ਹੈ। ਅਤੇ ਉਹ ਲਿੰਕਸ ਨੂੰ ਵਿਜ਼ਿਟ ਕਰਕੇ ਸਾਰੀਆਂ ਪ੍ਰੀਵੀਅਸ ਵੀਡੀਓਜ਼ ਜ਼ਰੂਰ ਦੇਖ ਲਿਆ ਕਰੋ, ਕਿਉਂਕਿ ਰਿਵੀਜ਼ਨ ਫੇਰ ਹੀ ਵਧੀਆ ਤਰੀਕੇ ਨਾਲ ਹੋਊਗੀ ਜੇ ਤੁਸੀਂ ਪ੍ਰੀਵੀਅਸ ਚੈੱਕਆਊਟ ਕੀਤੀਆਂ ਹੋਈਆਂ ਨੇ, ਠੀਕ ਹੈ। ਤਾਂ ਰਿਵੀਜ਼ਨ ਆਪਣੀ ਬੈਟਰ ਵੇ ਨਾਲ ਕਰਨੀ ਹੈ। ਹਾਂਜੀ, ਥੈਂਕਸ ਫॉर ਵਾਚਿੰਗ ਦਿਸ ਵੀਡੀਓ, ਹੋਪਸ ਤੁਹਾਨੂੰ ਵਧੀਆ ਲੱਗੀ ਹੋਊਗੀ। ਤਾਂ ਆਪਣਾ ਪਿਛਲਾ ਰਿਵਾਈਜ਼ ਕਰਦੇ ਰਹਿਣਾ ਤਾਂ ਕਿ ਤੁਹਾਡਾ ਪਿਛਲਾ ਬਿਲਕੁਲ ਵੀ ਨਾ ਛੁੱਟੇ, ਠੀਕ ਹੈ। ਹੁਣ ਦੇਖੋ ਸੈਪਟੰਬਰ ਮੰਥ ਜਦੋਂ ਹੀ ਕੰਪਲੀਟ ਹੁੰਦਾ ਆਪਣਾ ਹੈ ਨਾ, ਤਾਂ ਇੱਕ ਰੈਂਕਸ ਐਂਡ ਇੰਡੈਕਸਿਸ ਦੀ ਵੀਡੀਓ ਅਗਸਤ ਸੈਪਟੰਬਰ ਮੰਥ ਦੀ ਐਗਰੀਗੇਟ ਕਰਕੇ ਤੁਹਾਨੂੰ ਮੈਂ ਜ਼ਰੂਰ ਪ੍ਰੋਵਾਈਡ ਕਰਾਉਂਗੀ, ਠੀਕ ਹੈ। ਅਤੇ ਅਪੁਆਇੰਟਮੈਂਟ ਦੀ ਅਲੱਗ ਤੋਂ, ਕਿਉਂਕਿ ਅਪੁਆਇੰਟਮੈਂਟਸ ਕਾਫੀ ਸਾਰੀਆਂ ਹੋ ਜਾਂਦੀਆਂ ਹਰੇਕ ਦਿਨ, ਤਾਂ ਉਹ ਜ਼ਿਆਦਾ ਰਿਵਾਈਜ਼ ਨਹੀਂ ਹੋ ਪਾਉਂਦੀਆਂ, ਤਾਂ ਉਹਦੀ ਸੈਪਰੇਟ ਵੀਡੀਓ ਜ਼ਰੂਰ ਤੁਹਾਨੂੰ ਮਿਲੂਗੀ। ਬਟ ਮੇਕ ਸ਼ੋਰ ਕਿ ਤੁਸੀਂ ਪਹਿਲਾਂ ਵਾਲੀਆਂ ਦੇਖ ਕੇ ਯਾਦ ਕਰਕੇ ਰੱਖੋ, ਕਿਉਂਕਿ ਰਿਵੀਜ਼ਨ ਫੇਰ ਹੀ ਹੋ ਪਾਊਗੀ, ਠੀਕ ਹੈ ਜੀ। ਥੈਂਕ ਯੂ ਸੋ ਮਚ। ਇੰਨੀ ਹੈਲਪ ਕਰ ਦਿਆ ਕਰੋ ਕਿ ਸ਼ੇਅਰ ਕਰ ਦਿਆ ਕਰੋ ਵੀਡੀਓਜ਼ ਨੂੰ, ਠੀਕ ਹੈ। ਲਾਈਕ ਕਰ ਦਿਆ ਕਰੋ, ਕਮੈਂਟਸ ਦੇ ਵਿੱਚ ਆਪਣਾ ਜ਼ਰੂਰ ਆਪਣਾ ਫੀਡਬੈਕ ਵਗੈਰਾ ਦੇ ਕੇ ਤੁਸੀਂ ਜਾਇਆ ਕਰੋ, ਠੀਕ ਹੈ ਜੀ।